Dear students, a warm welcome to all of you in this English learning class. In today's short lesson, I am going to teach you the objective type questions from the chapter Half a Rupee Worth written by R. K. Narayan. ਪਿਆਰੇ ਬੱਚਿਓ, ਅੱਜ ਦੇ ਇਸ ਲੈਸਨ ਵਿੱਚ ਮੈਂ ਤੁਹਾਨੂੰ ਹਾਫ ਅ ਰੁਪੀ ਵਰਥ ਚੈਪਟਰ ਦੇ ਆਬਜੈਕਟਿਵ ਟਾਈਪ ਕੁਐਸਚਨਸ ਪੜਾਉਣ ਜਾ ਰਹੀ ਹਾਂ ਅਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਕੁਐਸਚਨਸ ਬੜੀ ਆਸਾਨੀ ਨਾਲ ਸਮਝ ਆ ਜਾਣਗੇ। Well, this is a story of a rich rice merchant, Subia, who was a shrewd businessman. He survived all ups and downs of his trade. ਸੁਬਿਆ ਇੱਕ ਅਮੀਰ ਚੌਲ ਵਪਾਰੀ ਸੀ ਅਤੇ ਇਸ ਦੇ ਨਾਲ-ਨਾਲ ਉਹ ਬਹੁਤ ਚਤੁਰ ਵੀ ਸੀ। ਉਹ ਵਪਾਰ ਦੇ ਸਾਰੇ ਉਤਾਰ ਚੜਾਵਾਂ ਦੇ ਬਾਵਜੂਦ ਵੀ ਕਾਇਮ ਰਿਹਾ ਸੀ। Okay students? So now we will discuss all the questions one by one. The first question is, Subia was a rice merchant. And this is a true or false answer based question. ਪਿਆਰੇ ਵਿਦਿਆਰਥੀਓ, ਤੁਹਾਡਾ ਫਰਸਟ ਕੁਐਸਚਨ ਇਹ ਹੈ ਕਿ ਸੁਬੀਆ ਇੱਕ ਚੌਲ ਵਪਾਰੀ ਸੀ। ਇਹ ਕੁਐਸਚਨ ਟਰੂ ਔਰ ਫਾਲਸ ਆਨਸਰ ਬੇਸਡ ਕੁਐਸਚਨ ਹੈ, ਯਾਨੀ ਕਿ ਤੁਸੀਂ ਇਹ ਦੱਸਣਾ ਹੈ ਕਿ ਇਸ ਕੁਐਸਚਨ ਦਾ ਆਨਸਰ ਜਾਂ ਉੱਤਰ ਟਰੂ ਹੋਏਗਾ ਕਿ ਫਾਲਸ ਹੋਏਗਾ। ਯੈਸ ਸਟੂਡੈਂਟਸ, ਤੁਸੀਂ ਦੱਸ ਸਕਦੇ ਹੋ ਕਿ ਸੁਬੀਆ ਇੱਕ ਚਾਵਲ ਵਪਾਰੀ ਸੀ। ਇਸ ਕੁਐਸਚਨ ਜਾਂ ਸੈਂਟੈਂਸ ਦਾ ਆਨਸਰ ਜਿਹੜਾ ਹੈ ਉਹ ਟਰੂ ਹੈ ਕਿ ਫਾਲਸ ਹੈ। Okay students, good. True. The answer of this question is true. Subia ਇੱਕ ਚਾਵਲ ਵਪਾਰੀ ਸੀ। Okay students? Good guess. Next question is, Subia had dash children. Subia ਦੇ dash ਬੱਚੇ ਸਨ। And the options are 2, 3, 4, 5. Now students, can you suggest me the correct option for this gap? ਕੀ ਤੁਸੀਂ ਦੱਸ ਸਕਦੇ ਹੋ ਕਿ ਸੁਬਿਆ ਦੇ 2 ਜਾਂ 3 ਜਾਂ 4 ਜਾਂ 5 ਕਿੰਨੇ ਬੱਚੇ ਸਨ? Okay, good. 5. Subia had 5 children. Subia ਦੇ 5 ਬੱਚੇ ਸਨ। Okay students? Good. Next question is, Subia's profit dash during the war. युद्ध ਦੇ ਦੌਰਾਨ ਸੁਬਿਆ ਦੇ ਪ੍ਰੋਫਿਟ ਯਾਨੀ ਕਿ ਉਸਦੇ ਲਾਭ ਡੈਸ਼ ਹੋਏ। And the options are increased, decreased, go down, did not change. Yes students, ਤੁਸੀਂ ਦੱਸ ਸਕਦੇ ਹੋ ਕਿ ਇਸ ਬਲੈਂਕ ਦੇ ਵਿੱਚ ਕਿਹੜਾ ਸਹੀ ਆਪਸ਼ਨ ਆਏਗਾ? Okay, increased. Subia's profit increased during the war. ਸੁਬਿਆ ਦੇ ਲਾਭ ਯੁੱਧ ਦੇ ਦੌਰਾਨ ਵਧੇ। Okay students? Now it's time to take another question. Where did Subia's wife take the man? ਸੁਬਿਆ ਦੀ ਪਤਨੀ
ਉਸ ਆਦਮੀ ਨੂੰ ਕਿੱਥੇ ਲੈ ਕੇ ਗਈ? ਹਾਂਜੀ ਸਟੂਡੈਂਟਸ, ਕੀ ਤੁਸੀਂ ਦੱਸ ਸਕਦੇ ਹੋ ਕਿ ਸੁਬਿਆ ਦੀ ਪਤਨੀ ਉਸ ਇਨਸਾਨ ਨੂੰ ਜਾਂ ਉਸ ਆਦਮੀ ਨੂੰ ਕਿੱਥੇ ਲੈ ਕੇ ਗਈ ਸੀ? ਯੈਸ, ਗੋਡਾਊਨ। ਸੁਬਿਆ ਦੀ ਪਤਨੀ ਉਸ ਆਦਮੀ ਨੂੰ ਉਸ ਦੇ ਸੀਕ੍ਰੇਟ ਗੋਡਾਊਨ ਵਿੱਚ ਲੈ ਕੇ ਗਈ ਸੀ। ਅਸਲ ਵਿੱਚ ਸੁਬਿਆ ਨਹੀਂ ਚਾਹੁੰਦਾ ਸੀ ਕਿ ਉਸ ਦੇ ਉਸ ਸੀਕ੍ਰੇਟ ਗੋਡਾਊਨ ਬਾਰੇ ਕਿਸੇ ਨੂੰ ਵੀ ਪਤਾ ਲੱਗੇ। ਇਸ ਕਰਕੇ ਉਹ ਉਸ ਆਦਮੀ ਨੂੰ ਉੱਥੇ ਹੀ ਵੇਟ ਕਰਨ ਲਈ ਕਹਿੰਦਾ ਹੈ। ਲੇਕਿਨ ਜਦੋਂ ਕਾਫੀ ਦੇਰ ਸੁਬਿਆ ਵਾਪਸ ਨਹੀਂ ਆਉਂਦਾ ਤਾਂ ਫਿਰ ਉਹ ਆਦਮੀ ਉਸ ਦੀ ਪਤਨੀ ਕੋਲ ਜਾਂਦਾ ਹੈ ਤੇ ਉਸ ਦੀ ਪਤਨੀ ਨੂੰ ਪੁੱਛਦਾ ਹੈ ਕਿ ਸੁਬਿਆ ਕਿੱਥੇ ਹੈ। ਇਸ ਤੋਂ ਬਾਅਦ ਉਸ ਦੀ ਪਤਨੀ ਸੁਬਿਆ ਨੂੰ ਲੱਭਣ ਲਈ ਉਸ ਆਦਮੀ ਨੂੰ ਲੈ ਕੇ ਗੋਡਾਊਨ ਦੇ ਵਿੱਚ ਜਾਂਦੀ ਹੈ। ਓਕੇ ਸਟੂਡੈਂਟਸ, ਗੁੱਡ। ਨੈਕਸਟ ਕੁਐਸਚਨ ਇਜ਼ Subia died in a road accident. Again, this is a true or false answer based question. ਪਿਆਰੇ ਵਿਦਿਆਰਥੀਓ, ਤੁਹਾਨੂੰ ਇਹ ਪੁੱਛਿਆ ਗਿਆ ਹੈ, ਸੁਬਿਆ ਇੱਕ ਰੋਡ ਐਕਸੀਡੈਂਟ ਵਿੱਚ ਮਰ ਗਿਆ ਜਾਂ ਮਾਰਿਆ ਗਿਆ। ਤੁਹਾਨੂੰ ਸਿਰਫ ਇਹ ਗੈਸ ਕਰਨਾ ਹੈ ਕਿ ਇਸ ਕੁਐਸਚਨ ਦਾ ਆਨਸਰ ਜਿਹੜਾ ਹੈ ਉਹ ਟਰੂ ਹੋਏਗਾ ਕਿ ਫਾਲਸ ਹੋਏਗਾ। ਹੁਣ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਸੁਬਿਆ ਕਿਵੇਂ ਮਰਿਆ ਸੀ। ਓਕੇ, ਫਾਲਸ। The answer of this question is false. ਕਿਉਂਕਿ ਸੁਬਿਆ ਦੀ ਮੌਤ ਇੱਕ ਰੋਡ ਐਕਸੀਡੈਂਟ ਵਿੱਚ ਨਹੀਂ ਹੋਈ ਸੀ, ਬਲਕਿ ਉਸ ਦੀ ਮੌਤ ਜਿਹੜੀ ਸੀ ਉਹ ਬੋਰੀਆਂ ਦੇ ਢੇਰ ਦੇ ਨੀਚੇ ਦੱਬਣ ਨਾਲ ਹੋਈ ਸੀ। ਓਕੇ ਸਟੂਡੈਂਟਸ, ਗੁੱਡ ਗੈਸ। Now the last question is, Subia was buried under the bags and died. ਸੁਬਿਆ ਬੋਰੀਆਂ ਦੇ ਢੇਰ ਦੇ ਨੀਚੇ ਦੱਬ ਗਿਆ ਅਤੇ ਮਰ ਗਿਆ। Again, this is a true or false answer based question. ਤੁਸੀਂ ਦੱਸ ਸਕਦੇ ਹੋ ਸਟੂਡੈਂਟਸ ਕਿ ਇਸ ਕੁਐਸਚਨ ਦਾ ਆਨਸਰ ਜਿਹੜਾ ਹੈ ਉਹ ਟਰੂ ਆਏਗਾ ਕਿ ਫਾਲਸ ਆਏਗਾ? Yes, true. Subia was buried under the bags and died. ਸੁਬਿਆ ਬੋਰੀਆਂ ਦੇ ਉਸ ਢੇਰ ਦੇ ਨੀਚੇ ਦੱਬ ਗਿਆ ਅਤੇ ਮਰ ਗਿਆ। Okay students, so this was all about the objective type questions from the chapter Half a Rupee Worth. ਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਾਰੇ ਕੁਐਸਚਨਸ ਬੜੀ ਆਸਾਨੀ ਨਾਲ ਸਮਝ ਵੀ ਆ ਗਏ ਹਨ ਤੇ ਤੁਸੀਂ ਇਹਨਾਂ ਨੂੰ ਯਾਦ ਵੀ ਕਰ ਲਿਆ ਹੋਣਾ। So students, take care. Bye bye.